ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ, ਅਤੇ ਅਸੀਂ ਉਹਦੀਆਂ ਗੱਲਾਂ ਸੁਣਨੇ ਹਾਂ। ਅਤੇ ਆਓ ਮੇਰੀ ਤਰਫੋਂ, ਮੇਰੇ ਬੱਚਿਆਂ ਦੀ ਤਰਫੋਂ ਅਤੇ ਨੀਦਰਲੈਂਡ ਦੀ ਸਾਰੀ ਕਲੀਸਿਆ ਦੀ ਤਰਫੋਂ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। ਅਤੇ ਅਸੀਂ ਖੁਦਾਵੰਦ ਦੇ ਕਲਾਮ ਦੀਆਂ ਗੱਲਾਂ ਕਰਨੇ ਹਾਂ। ਅਤੇ ਆਓ ਫਿਰ ਉਹਦੀਆਂ ਗੱਲਾਂ ਜਿਸ ਵੇਲੇ ਅਸੀਂ ਸੁਣਨੇ ਸਿੱਖਣੇ ਹਾਂ। ਅਤੇ ਦੂਸਰਾ ਤਮੋਥੀਅਸ 2:2 ਦੇ ਵਿੱਚ ਰਸੂਲ ਕਹਿੰਦਾ ਹੈ, ਜਿਹੜੀਆਂ ਗੱਲਾਂ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਤੂੰ ਮੇਰੇ ਕੋਲੋਂ ਸੁਣ ਰਹੀਆਂ ਨੇ, ਉਹਨਾਂ ਗੱਲਾਂ ਨੂੰ ਦਿਆਨਤਦਾਰ ਬੰਦਿਆਂ ਦੇ ਸਪੁਰਦ ਕਰ, ਜਿਹੜੇ ਗਾਂ ਅੱਗੇ ਹੋਰਨਾਂ ਨੂੰ ਵੀ ਦੱਸਣ। ਸੋ ਭਲਿਓ ਇਹ ਗੱਲਾਂ ਸਾਨੂੰ ਅੱਗੇ ਦੱਸਣ ਲਈ ਮਿਲੀਆਂ ਨੇ। ਅਤੇ ਇਸੇ ਕਰਕੇ ਜਦੋਂ ਸੁਣੋ ਅਤੇ ਕਲਾਮ ਨੂੰ ਤੁਸੀਂ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ, ਬੈਲ ਦਾ ਬਟਨ ਵੀ ਦਬਾਇਓ ਤਾਂ ਕਿ ਦੂਸਰਿਆਂ ਤੱਕ ਵੀ ਕਲਾਮ ਪਹੁੰਚੇ। ਸੋ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਸੁਣਨ ਵਾਲੇ ਸਿੱਖਣ ਵਾਲੇ ਹਾਂ। ਅੱਜ ਯਸਾਇਆ 28 ਬਾਬ ਉਸ ਦੀ 8 ਐਤ ਤੋਂ ਪੜ੍ਹੀਏ। ਅਤੇ ਖੁਦਾ ਦੇ ਕਲਾਮ ਦੇ ਵਿੱਚ ਕੁਝ ਦਸਤਰਖਾਨ ਨੇ। ਇੱਕ ਦਸਤਰਖਾਨ ਹੈ ਖੁਦਾ ਦਾ, ਖੁਦਾ ਦੀ ਰੋਟੀ, ਜ਼ਿੰਦਗੀ ਦੀ ਰੋਟੀ, ਜ਼ਿੰਦਗੀ ਦਾ ਪਾਣੀ। ਦੂਸਰੇ ਬੰਨੇ ਦੂਸਰਾ ਤਮੋਥੀਅਸ 6:3 'ਚ ਲਿਖਿਆ ਕਿ ਜਿਹੜਾ ਬੰਦਾ ਔਰ ਤਰ੍ਹਾਂ ਦੀ ਤਲੀ ਦਿੰਦਾ ਹੈ, ਔਰ ਤਰ੍ਹਾਂ ਦੀ, ਅਤੇ ਸਾਡੇ ਖੁਦਾਵੰਦ ਯਿਸੂ ਮਸੀਹ ਦੀਆਂ ਗੱਲਾਂ ਨਹੀਂ ਮੰਨਦਾ, ਜਿਹੜੀਆਂ ਦੀਨ ਦੇ ਮੁਤਾਬਕ ਨੇ, ਉਹ ਮਗਰੂਰ ਹੈ। ਮਗਰੂਰ। ਦੂਸਰੀ ਤਰਫ ਯਸਾਇਆ 48:17 ਨੂੰ ਪੜ੍ਹੀਏ ਤੇ ਲਿਖਿਆ ਮਿਲਦਾ ਹੈ, ਖੁਦਾ ਫਰਮਾਉਂਦਾ ਹੈ ਕਿ ਮੈਂ ਤੈਨੂੰ ਮਫੀਦ ਤਲੀਮ ਦਿਆਂਗਾ, ਅਤੇ ਉਸ ਰਾਹ 'ਤੇ ਜਿਸ 'ਤੇ ਤੂੰ ਜਾਣਾ ਹੈ ਲੈ ਚੱਲਾਂਗਾ, ਅਤੇ ਕਾਸ਼ ਤੂੰ ਮੇਰੇ ਹੁਕਮਾਂ ਦਾ ਸ਼ਨਵਾ ਹੁੰਦਾ। ਫਿਰ ਤੇਰੀ ਸਲਾਮਤੀ ਨਹਿਰ ਦੀ ਮਾਨਤ ਅਤੇ ਤੇਰੀ ਸਦਾਕਤ ਸਮੁੰਦਰ ਦੀਆਂ ਮੌਜਾਂ ਦੀ ਤਰ੍ਹਾਂ ਹੁੰਦੀ, ਅਤੇ ਤੇਰੇ ਸੁਲਭੀ ਫਰਜ਼ੰਦ ਜ਼ਮੀਨ ਉੱਤੇ ਜ਼ਰਿਆਂ ਦੀ ਮਾਨਤ ਹੁੰਦੇ, ਅਤੇ ਤੇਰਾ ਨਾਂ ਵੀ ਮੇਰੇ ਹਜ਼ੂਰ 'ਚੋਂ ਕੱਟਿਆ ਨਾ ਜਾਂਦਾ। ਇੱਕ ਬੰਨੇ ਖੁਦਾ ਦੀ ਤਲੀਮ ਹੈ, ਇੱਕ ਬੰਨੇ ਬੰਦਿਆਂ ਦੀ ਤਲੀਮ ਹੈ। ਅਤੇ ਬੰਦਿਆਂ ਦੀ ਤਲੀਮ ਨੂੰ ਯਸਾਇਆ 28 ਬਾਬ ਉਹਦੀ ਜਿਸ ਵੇਲੇ 8 ਐਤ ਤੋਂ ਪੜ੍ਹਦੇ ਹਾਂ, ਅਤੇ ਫਿਰ ਖੁਦਾ ਕਹਿੰਦਾ ਸਾਰੇ ਦਸਤਰਖਾਨ ਕਹਿ ਅਤੇ ਗੰਦਗੀ ਨਾਲ ਭਰੇ ਹੋਏ ਨੇ। ਖੁਦਾ ਕਹਿੰਦਾ ਆਪਣੇ ਦਸਤਰਖਾਨ ਵੇਖੋ, ਉਹ ਜਿਹਨਾਂ ਦੇ ਨਾਲ ਰਲੇ ਹੋਏ ਹੋ, ਜਿਹਨਾਂ ਕੋਲ ਤਾਲੀਮ ਪਾਉਣ ਡਏ ਹੋ, ਸਾਰੇ ਦਸਤਰਖਾਨ ਕਹਿ ਅਤੇ ਗੰਦਗੀ ਦੇ ਨਾਲ ਭਰੇ ਆ, ਅਤੇ ਕੋਈ ਜਗ੍ਹਾ ਬਾਕੀ ਨਹੀਂ। ਉਹ ਕਿਸ ਨੂੰ ਦਾਨਤ ਸਿਖਾਏਗਾ, ਕਿਸ ਨੂੰ ਵਾਅਜ਼ ਕਰਕੇ ਸਮਝਾਏਗਾ, ਕਿਆ ਉਹਨਾਂ ਨੂੰ ਜਿਹਨਾਂ ਦਾ ਦੁੱਧ ਛਡਾਇਆ ਗਿਆ, ਅਤੇ ਜਿਹੜੇ ਛਾਤੀਆਂ ਤੋਂ ਜਦਾ ਹੋਏ ਨੇ, ਉਹ ਜਿਹੜੇ ਛਾਤੀਆਂ ਤੋਂ ਜਦਾ ਹੋਏ ਨੇ। ਅਤੇ ਫਿਰ ਲਿਖਿਆ ਏ, ਕਿਉਂਕਿ ਹੁਕਮ ਤੇ ਹੁਕਮ, ਹੁਕਮ ਤੇ ਹੁਕਮ, ਕਾਨੂੰਨ ਤੇ ਕਾਨੂੰਨ, ਕਾਨੂੰਨ ਤੇ ਕਾਨੂੰਨ, ਥੋੜ੍ਹਾ ਯਹਾਂ ਥੋੜ੍ਹਾ ਵਹਾਂ, ਅਤੇ ਕਹਿੰਦਾ ਮੈਂ ਬੇਗਾਨਾ ਲਬਾਨਾ ਅਤੇ ਅਜਨਬੀ ਜ਼ਬਾਨ ਦੇ ਨਾਲ ਵੀ ਇਹਨਾਂ ਨਾਲ ਗੱਲਾਂ ਕਰਾਂਗਾ। ਅਤੇ ਜਿਹਨਾਂ ਨੂੰ ਕਿਹਾ ਏ ਆਰਾਮ ਦੇ, ਤੁਸੀਂ ਥੱਕੇ ਮੰਨਦੇ ਹੋ, ਅਤੇ ਤੁਸੀਂ ਲੋਕਾਂ ਨੂੰ ਆਰਾਮ ਦੇ ਸਕਦੇ ਹੋ, ਤਾਜ਼ਗੀ ਦੇ ਸਕਦੇ ਹੋ, ਪਰ ਉਹ ਸ਼ੈਨਵਾ ਹੀ ਨਹੀਂ ਹੋਏ, ਉਹ ਗੰਦਗੀ ਖਾਂਦੇ ਰਹੇ। ਹਾਲਾਂਕਿ ਯਰਮੀਆ 23 ਬਾਬ ਉਹਦੀ 28 ਐਤ 'ਚ ਲਿਖਿਆ, ਜਿਸ ਨਬੀ ਕੋ ख्वाब ਦੱਸੇ ਅਤੇ ਜਿਹਦੇ ਕੋਲ ਮੇਰਾ ਕਲਾਮ ਹੈ, ਮੇਰੇ ਕਲਾਮ ਨੂੰ ਦਿਆਨਤਦਾਰੀ ਨਾ ਸੁਣਾਵੇ। ਅਤੇ ਯਸਾਇਆ 40 ਬਾਬ ਉਹਦੀ 1 ਐਤ ਨੂੰ ਪੜ੍ਹੀਏ ਅਤੇ ਲਿਖਿਆ, ਤਸੱਲੀ ਦਿਓ ਅਤੇ ਤੁਸੀਂ ਮੇਰੇ ਲੋਕਾਂ ਨੂੰ ਤਸੱਲੀ ਦਿਓ, ਤਸੱਲੀ ਦਿਓ। ਅਤੇ ਰੋਮੀਓ 15 ਬਾਬ ਉਹਦੀ 4 ਐਤ 'ਚ ਲਿਖਿਆ ਹੈ, ਜਿਹੜੀਆਂ ਗੱਲਾਂ ਪਹਿਲੇ ਲਿਖੀਆਂ ਗਈਆਂ ਨੇ ਸਾਡੀ ਤਾਲੀਮ ਵਾਸਤੇ ਲਿਖੀਆਂ ਗਈਆਂ ਨੇ, ਤਾਂ ਕਿ ਸਬਰ ਦੇ ਨਾਲ ਅਸੀਂ ਕਿਤਾਬੇ ਮੁਕੱਦਸ ਦੀਆਂ ਗੱਲਾਂ ਤੋਂ ਉਮੀਦ ਰੱਖੀਏ ਅਤੇ ਤਸੱਲੀ ਪਾਈਏ। ਤਸੱਲੀ ਤਾਂ ਮਿਲਦੀ ਏ ਖੁਦਾ ਦੇ ਕਲਾਮ 'ਚੋਂ, ਅਤੇ ਤਸੱਲੀ ਦੇਣੀ ਹੈ ਖੁਦਾ ਦੇ ਕਲਾਮ ਨਾਲ। ਇਹ ਜ਼ਿੰਦਗੀ ਦੀ ਰੋਟੀ, ਇਹ ਜ਼ਿੰਦਗੀ ਦਾ ਪਾਣੀ ਹੈ।
ਇਹਦੇ ਬਾਰੇ ਖੁਦਾ ਦਾ ਬੰਦਾ ਦਾਊਦ ਕਹਿੰਦਾ, ਪਾਣੀ ਦੇ ਸੋਤਿਆਂ ਦੀ ਹਰਨੀ ਹੈ ਜਿਵੇਂ ਤਰਿਆਈ, ਤੇ ਰੂਹ ਮੇਰੀ, ਇਹ ਤੇ ਰੂਹ ਦੀ ਧਿਆ ਨੂੰ ਮਟਾਉਂਦਾ ਹੈ ਕਲਾਮ। ਖੁਦਾਵੰਦ ਯਿਸੂ ਮਸੀਹ ਦੇ ਕੋਲ ਅਬਲੀਸ ਕਹਿੰਦਾ, ਇਹਨਾਂ ਪੱਥਰਾਂ ਨੂੰ ਕਰ ਰੋਟੀਆਂ ਬਣ। ਉਹਨੇ ਆਖਿਆ, ਬੰਦਾ ਰੋਟੀ ਨਾਲ ਜੀਂਦਾ ਨਹੀਂ ਰਹੇਗਾ, ਬਲਕਿ ਹਰ ਉਸ ਗੱਲ ਨਾਲ ਜਿਹੜੀ ਖੁਦਾ ਦੇ ਮੂੰਹ ਚੋਂ ਨਿਕਲਦੀ। ਸੋ ਇਹ ਸਾਡੀ ਜ਼ਿੰਦਗੀ ਦੀ ਰੋਟੀ ਹੈ, ਜ਼ਿੰਦਗੀ ਦਾ ਪਾਣੀ ਹੈ, ਜ਼ਿੰਦਗੀ ਦੀਆਂ ਗੱਲਾਂ ਨੇ। ਰਸੂਲਾਂ ਦੇ ਇਮਾਲ 5 ਬਾਬ 17 ਐਤ ਤੋਂ ਪੜ੍ਹੀਏ ਤੇ ਲਿਖਿਆ ਏ, ਸਦੂਕੀਆਂ ਦੇ ਫਿਰਕੇ ਦੇ ਸਰਦਾਰ ਸੀ ਜਿਨ੍ਹਾਂ ਨੇ ਹਸਦ ਦੇ ਵਿੱਚ ਆਣ ਕੇ ਰਸੂਲਾਂ ਨੂੰ ਫੜਿਆ ਤੇ ਆਮ ਹਵਾਲਾਤ ਦੇ ਵਿੱਚ ਬੰਦ ਕਰ ਦਿੱਤਾ। ਖੁਦਾਵੰਦ ਦੇ ਫਰਿਸ਼ਤੇ ਨੇ ਆਣ ਕੇ ਛਡਾਇਆ ਤੇ ਆਖਿਆ ਏ, ਜਾਓ, ਤੁਹਾਡੇ ਕੋਲ ਜ਼ਿੰਦਗੀ ਦੀਆਂ ਗੱਲਾਂ ਹੈ ਤੇ ਜਾ ਕੇ ਲੋਕਾਂ ਨੂੰ ਦੱਸੋ। ਸੋ ਭਰਾਓ, ਇਹ ਜ਼ਿੰਦਗੀ ਦੀਆਂ ਗੱਲਾਂ ਜਿਹੜੀਆਂ ਸਾਡੇ ਕੋਲ ਹੈ। ਸਾਡੇ ਕੋਲ ਜ਼ਿੰਦਗੀ ਦੀਆਂ ਗੱਲਾਂ, ਸਾਡੇ ਕੋਲ ਜ਼ਿੰਦਗੀ ਦੀ ਰੋਟੀ, ਸਾਡੇ ਕੋਲ ਜ਼ਿੰਦਗੀ ਦਾ ਪਾਣੀ, ਤੇ ਖਾਣ ਦੇ ਅਸੀਂ ਗੰਦਮੰਦ, ਕਿਉਂਕਿ ਲਿਖਿਆ ਮੁਖਤਲਫ ਤੇ ਬੇਗਾਨਾ ਤਲੀਮਾਂ। ਅਬਰਾਨੀ 13 ਬਾਬ ਉਹਦੀ 8 ਤੇ 9 ਐਤ ਨੂੰ ਪੜ੍ਹੀਏ। ਖੁਦਾਵੰਦ ਯਿਸੂ ਮਸੀਹ ਦੇ ਬਾਰੇ ਪੌਲੁਸ ਰਸੂਲ ਨੇ ਆਖਿਆ ਕਿ ਯਿਸੂ ਮਸੀਹ ਕੱਲ੍ਹ ਤੇ ਅੱਜ, ਬਲਕਿ ਅਬਦ ਤੱਕ ਯਕਸਾਂ। ਜਿਹੜੀ ਗੱਲ ਉਹਨੇ ਕੱਲ੍ਹ ਕਹੀ ਸੀ, ਅੱਜ ਵੀ ਇਹ ਆਉਣ ਵਾਲੇ ਵਕਤ ਵਿੱਚ ਹੀ। 9 ਐਤ 'ਚ ਉਹਨੇ ਆਖਿਆ, ਮੁਖਤਲਫ ਤੇ ਬੇਗਾਨਾ ਤਲੀਮਾਂ ਇਨਸਾਨਾਂ ਨੂੰ ਭਟਕਾਉਂਦੀਆਂ ਨੇ, ਤੇ ਭਟਕਾਉਣ ਵਾਲੀਆਂ ਗੱਲਾਂ ਭਰਾਓ ਕੈ ਤੇ ਗੰਦਗੀ, ਕੈ ਤੇ ਗੰਦਗੀ ਜਿਹੜੀ ਅਸੀਂ ਖਾ ਰਹੇ ਹਾਂ, ਕਿਉਂਕਿ ਅਸੀਂ ਲੋਕਾਂ ਦੇ ਪਿੱਛੇ ਲੱਗੇ ਹੋਏ ਹਾਂ। ਤੇ ਹਾਲਾਂਕਿ ਲਿਖਿਆ ਕਿ ਤੁਸੀਂ ਥੱਕੇ ਮਾਂਦਿਆਂ ਨੂੰ, ਤੁਹਾਡੇ ਵਸੀਲੇ ਥੱਕੇ ਮਾਂਦੇ ਆਰਾਮ ਪਾ ਸਕਦੇ ਨੇ। ਉਹਨੇ ਆਖਿਆ, ਮੇਰੇ ਕੋਲ ਆਓ। ਉਹਨੇ ਆਖਿਆ, ਤੁਸੀਂ ਦੁਨੀਆ ਦੇ ਨੂਰ ਹੋ, ਤੁਹਾਡੇ ਕੋਲ ਕੋਈ ਆਉਂਦਾ ਹੈ, ਤੁਸੀਂ ਲੋਕਾਂ ਕੋਲ ਜਾਂਦੇ ਹੋ, ਤੁਹਾਡੇ ਜ਼ਰੀਏ ਫਾਇਦਾ ਹੁੰਦਾ ਹੈ। ਰਸੂਲਾਂ ਦੇ ਇਮਾਲ 20 ਬਾਬ 20 ਐਤ ਨੂੰ ਪੜ੍ਹੀਏ ਤੇ ਰਸੂਲ ਕਹਿੰਦਾ, ਜਿਹੜੀਆਂ ਗੱਲਾਂ ਤੁਹਾਡੇ ਫਾਇਦੇ ਦੀਆਂ ਸੀ, ਮੈਂ ਘਰ ਘਰ ਜਾ ਕੇ ਦੱਸੀਆਂ ਨੇ। ਸੋ ਬਈ ਸਾਡੇ ਵਸੀਲੇ ਲੋਕ ਤਾਜ਼ਗੀ ਪਾ ਸਕਦੇ ਨੇ, ਤਸੱਲੀ ਪਾ ਸਕਦੇ ਨੇ। ਜ਼ਬੂਰ 119 ਉਹਦੀ 28 ਐਤ ਨੂੰ ਪੜ੍ਹੋ, ਕਹਿੰਦਾ, ਗਮ ਦੇ ਮਾਰੇ ਮੇਰੀ ਜਾਨ ਘੁਲੀ ਜਾਂਦੀ ਹੈ, ਆਪਣੇ ਕਲਾਮ ਦੇ ਮੁਤਾਬਕ ਮੈਨੂੰ ਤਕਵੀਅਤ ਦੇ। ਕਲਾਮ ਦੇ ਵਿੱਚ ਤਕਵੀਅਤ ਹੈ, ਕਲਾਮ ਜ਼ਿੰਦਗੀ ਹੈ, ਜ਼ਿੰਦਗੀ ਦੀ ਰੋਟੀ ਹੈ। ਉਹ ਭਰਾਓ ਮੁਖਤਲਫ ਤੇ ਬੇਗਾਨਾ ਤਲੀਮਾਂ ਕੈ ਤੇ ਗੰਦਗੀ ਹੈ। ਉਹ ਨਾ ਆਪ ਖਾਈਏ, ਨਾ ਆਪਣੇ ਬਾਲਾਂ ਨੂੰ ਖਵਾਈਏ। ਤੇ ਯਰਮੀਆ 2 ਬਾਬ ਉਹਦੀ 31 ਐਤ 'ਚ ਕਿਹਾ ਗਿਆ, ਇਸ ਪੁੱਛਦੇ ਲੋਗੋ ਖੁਦਾ ਦੇ ਕਲਾਮ ਦਾ ਲਿਹਾਜ਼ ਕਰਿਓ, ਇਹ ਤੁਹਾਡੀ ਜ਼ਿੰਦਗੀ ਦੀ ਰੋਟੀ ਹੈ, ਤੁਹਾਡੀ ਜ਼ਿੰਦਗੀ ਦਾ ਪਾਣੀ ਹੈ। ਜ਼ਬੂਰ 119 ਉਹਦੀ 105 ਐਤ 'ਚ ਲਿਖਿਆ, ਇਹ ਤੁਹਾਡੇ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ। ਤੇ ਇਹਦੇ ਬਾਰੇ ਲਿਖਿਆ, ਸ਼ਹਿਦ ਨਾਲੋਂ ਮਿੱਠਾ ਤੇ ਸੋਨੇ ਨਾਲੋਂ ਵੀ ਮਹਿੰਗਾ ਹੈ। ਉਹ ਇੱਕ ਲੰਗੜਾ ਭੀਖ ਮੰਗਣ ਵਾਲਾ ਇਮਾਲ ਦੀ ਕਿਤਾਬ ਦੱਸਦੀ ਹੈ, ਉਹਨੇ ਭੀਖ ਮੰਗੀ। ਉਹਨੇ ਆਖਿਆ, ਸੋਨਾ ਚਾਂਦੀ ਤੇ ਸਾਡੇ ਕੋਲ ਕੋਈ ਨਹੀਂ, ਲੇਕਿਨ ਜੋ ਕੁਝ ਸਾਡੇ ਕੋਲ ਉਹ ਲੈ ਲਾ, ਉੱਠ ਯਿਸੂ ਦੇ ਨਾਂ ਤੇ ਚੱਲ ਫਿਰ। ਉਹ ਇਹ ਤੇ ਲੰਗੜਿਆਂ ਨੂੰ, ਅਪਾਹਜਾਂ ਨੂੰ ਚਲਾ ਦਿੰਦੀਆਂ ਗੱਲਾਂ ਨੇ। ਇਹ ਜ਼ਿੰਦਗੀ ਹੈ, ਇਹ ਜ਼ਿੰਦਗੀ ਦੀ ਰੋਟੀ ਹੈ। ਸੋ 13 'ਚ ਲਿਖਿਆ ਏ ਕਿ ਖੁਦਾਵੰਦ ਦਾ ਕਲਾਮ ਉਹਨਾਂ ਲਈ ਹੁਕਮ ਤੇ ਹੁਕਮ, ਹੁਕਮ ਤੇ ਹੁਕਮ, ਕਾਨੂੰਨ ਤੇ ਕਾਨੂੰਨ ਹੈ। ਤੇ ਅਸੀਂ ਇਹਨੂੰ ਤੋੜ ਫੋੜ ਕੇ ਰੱਖ ਦਿੰਦੇ ਹਾਂ। ਅਸੀਂ ਇਹਦਾ ਲਿਹਾਜ਼ ਨਹੀਂ ਕਰਦੇ। ਅਸੀਂ ਖਿਆਲ ਹੀ ਨਹੀਂ ਕਰਦੇ ਕਿ ਸਾਡੇ ਕੋਲ ਜ਼ਿੰਦਗੀ ਦੀ ਰੋਟੀ ਅਸੀਂ ਆਪ ਖਾਣੀ, ਆਪਣੇ ਬਾਲਾਂ ਨੂੰ ਖਵਾਉਣੀ ਹੈ, ਅਸੀਂ ਦੁਨੀਆ ਤੱਕ ਵੰਡਣੀ ਹੈ। ਕਿਉਂਕਿ ਯਸਾਇਆ 48 ਬਾਬ ਉਹਦੀ 20 ਐਤ 'ਚ ਲਿਖਿਆ ਮਿਲਦਾ ਏ, ਬਾਬਲ 'ਚੋਂ ਨਿਕਲਿਓ, ਕਸ਼ਤੀਆਂ ਦੇ ਦਰਮਿਆਨ 'ਚੋਂ ਭੱਜਿਓ, ਨਗਮਾਂ ਦੀ ਆਵਾਜ਼ ਨਾਲ ਗਾਇਓ ਤੇ ਬਿਆਨ ਕਰਿਓ ਤੇ ਉਸ ਨੂੰ ਮਸ਼ਹੂਰ ਕਰਿਓ, ਤੇ ਉਸ ਦੀਆਂ ਖਬਰਾਂ ਜ਼ਮੀਨ ਦੇ ਕਿਨਾਰਿਆਂ ਤੱਕ ਪਹੁੰਚਾਇਓ। ਕਿਉਂਕਿ ਮਰਕਜ਼ ਦੀ ਇੰਜੀਲ 16 ਬਾਬ ਉਹਦੀ 15 ਐਤ 'ਚ ਆਖਿਆ ਏ, ਜਾਓ ਸਾਰੀ ਖਲਕ ਦੇ ਸਾਹਮਣੇ ਅੰਜੀਲ ਦੀ ਮਨਾਦੀ ਕਰਿਓ। ਤੇ ਜੇ ਸਾਨੂੰ ਅੰਜੀਲ ਦੀ ਮਨਾਦੀ ਦਾ ਹੁਕਮ ਹੈ ਤੇ ਲੂਕਾ ਦੀ ਅੰਜੀਲ ਫਿਰ ਪਹਿਲਾ ਬਾਬ ਤੇ ਪਹਿਲੀ ਐਤ ਨੂੰ ਪੜ੍ਹੀਏ ਤੇ ਲਿਖਿਆ, ਹੁਣ ਬਹੁਤਿਆਂ ਨੇ ਕਮਰ ਬੰਨ੍ਹ ਲਈਏ ਕਿ ਜਿਸ ਤਰ੍ਹਾਂ ਕਲਾਮ ਤਰਤੀਬਵਾਰ ਲਿਖਿਆ ਏ ਉਸੇ ਤਰ੍ਹਾਂ ਹੀ ਬਿਆਨ ਕਰਨ। ਤੇ ਆਓ ਜੇ ਪਿਛਲੇ ਸਾਲਾਂ 'ਚ ਨਹੀਂ ਤਰਤੀਬਵਾਰ ਕਲਾਮ ਨੂੰ ਬਿਆਨ ਕੀਤਾ
ਤੇ ਕਹਿ ਤੇ ਗੰਦਗੀ ਤੇ ਮੁਖਤਲਿਫ ਤਰੀਮਾਂ ਦੇ ਮਗਰ ਲੱਗੇ ਰਹੇ ਹਾਂ, ਤੇ ਹੁਣ ਕਮਰ ਬੰਨ੍ਹ ਲਈਏ, ਚੰਗੇ ਰਹਿ ਜਾਂਗੇ ਤੇ ਕਲਾਮ ਜਿੱਦਾਂ ਹੈਗਾ ਉਸ ਤਰ੍ਹਾਂ ਹੀ ਸੁਣਾਈਏ। ਕਿਉਂਕਿ ਯਰਮੀਆਂ 23 ਬਾਪ ਉਹਦੀ 28 'ਚ ਲਿਖਿਆ, ਜਿਸ ਨਬੀ ਕੋ ख्वाब है ਉਹ ख्वाब ਦੱਸੇ ਤੇ ਜਿਹਦੇ ਕੋਲ ਮੇਰਾ ਕਲਾਮ ਹੈ, ਮੇਰੇ ਕਲਾਮ ਨੂੰ ਦਿਆਨਤਦਾਰੀ ਨਾਲ ਸੁਣਾਵੇ। ਇਹਨੂੰ ਦਿਆਨਤਦਾਰੀ ਨਾਲ ਸੁਣਾਈਏ, ਦਿਆਨਤਦਾਰੀ ਨਾਲ ਸੁਣਾਵਾਂਗੇ ਤੇ ਬੱਚੇ ਦਾ ਬਪਤਿਸਮਾ ਵਿੱਚੋਂ ਕੋਈ ਨਹੀਂ ਲੱਭਣਾ। ਫਿਰ ਬਪਤਿਸਮਾ ਵੱਡੇ ਦਾ ਹੀ ਆਉਣਾ ਹੈ, ਲਿਖਿਆ ਜਿਹੜਾ ਈਮਾਨ ਲਿਆਵੇ ਉਹ ਲਵੇ। ਫਿਰ ਅਸੀਂ ਈਮਾਨ ਲਿਆ ਕੇ ਉਹਦੀ ਗੱਲ ਮੰਨਾਂਗੇ ਤੇ ਬਪਤਿਸਮਾ ਲਾਵਾਂਗੇ। ਤੇ ਉਹਨੇ ਆਖਿਆ ਈਮਾਨ ਲਿਆਉਣ ਵਾਲਿਆਂ ਦਰਮਿਆਨ ਮੋਸਸੇ ਹੋਣਗੇ, ਫਿਰ ਦੁਨੀਆ ਵਿੱਚ ਸਾਡੇ ਵਸੀਲੇ ਮੋਸਸੇ ਹੋਣਗੇ, ਦੁਨੀਆ 'ਚ ਅਸੀਂ ਨੂਰ ਹੋਵਾਂਗੇ। ਸਾਡੇ ਵਸੀਲੇ ਨਿਜਾਤ ਦਾ ਕੰਮ ਦੁਨੀਆ ਦੇ ਵਿੱਚ ਹੋਏਗਾ। ਕਿਉਂਕਿ ਇਹ ਰਸੂਲਾਂ ਦੇ ਮਾਲ 13 ਬਾਪ 47 ਐਤ ਨੂੰ ਪੜ੍ਹ ਲਓ ਤੇ ਰਸੂਲ ਕਹਿੰਦਾ ਉਸਨੇ ਸਾਨੂੰ ਗੈਰ ਕੌਮ ਵਾਲੀ ਨੂਰ ਬਣਾ ਦਿੱਤਾ। ਕਿਉਂਕਿ ਯਹਾਨਾ 12 ਬਾਪ ਉਹਦੀ 46 ਐਤ ਨੂੰ ਪੜ੍ਹੋ, ਉਹਨੇ ਆਖਿਆ ਮੈਂ ਦੁਨੀਆ ਦਾ ਨੂਰ, ਤੇ ਫਿਰ ਉਹਨੇ ਆਖਿਆ ਤੁਸੀਂ ਦੁਨੀਆ ਵਿੱਚ ਨੂਰ ਹੋ। ਕਿਉਂਕਿ ਇਮਾਲ 13 ਬਾਪ 47 ਐਤ 'ਚ ਲਿਖਿਆ ਉਸਨੇ ਸਾਨੂੰ ਗੈਰ ਕੌਮ ਵਾਲੀ ਨੂਰ ਬਣਾਇਆ ਹੈ ਤਾਂ ਕਿ ਸਾਡੇ ਵਸੀਲੇ ਨਿਜਾਤ ਦਾ ਕੰਮ ਹੋਵੇ। ਮੱਤੀ ਪਹਿਲਾ ਬਾਪ 21 ਐਤ ਨੂੰ ਪੜ੍ਹੋ, ਲਿਖਿਆ ਉਹਦੇ ਪੁੱਤਰ ਹੋਣਾ ਹੈ, ਤੂੰ ਉਹਦਾ ਨਾਂ ਯਸੂ ਰੱਖੀ, ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਨਿਜਾਤ ਦੇਵੇਗਾ। ਯਸੂ ਨਿਜਾਤ ਦੇਣ ਆਇਆ, ਇਹੋ ਹੀ ਨਿਜਾਤ ਦਾ ਕੰਮ ਉਹਨੇ ਤੁਹਾਡੇ ਸਪੁਰਦ ਕੀਤਾ ਹੈ। ਤੁਸੀਂ ਦੁਨੀਆ ਨੂੰ ਨਿਜਾਤ ਦੇ ਸਕਦੇ ਹੋ, ਪਰ ਇਹਦੇ ਲਈ ਉਹਦੇ ਕਾਨੂੰਨਾਂ ਨੂੰ ਮੰਨਣਾ ਪਏਗਾ, ਉਹਦੇ ਐਨਾਂ ਨੂੰ ਮੰਨਣਾ ਪਏਗਾ। ਕਿਉਂਕਿ ਯਸਾਇਆ 28 ਬਾਪ 13 'ਚ ਲਿਖਿਆ, ਖੁਦਾਵੰਦ ਦਾ ਕਲਾਮ ਬੰਦਿਓ ਹੁਕਮ ਤੇ ਹੁਕਮ ਹੈ, ਕਾਨੂੰਨ ਤੇ ਕਾਨੂੰਨ ਹੈ। ਤੇ ਜਦੋਂ ਅਸੀਂ ਇਹਨੂੰ ਤੋੜਨੇ ਹਾਂ ਤੇ ਚੰਗਾ ਨਹੀਂ ਕਰਦੇ, ਖੁਦਾ ਖੁਸ਼ ਨਹੀਂ ਹੁੰਦਾ। ਬਲਕਿ ਯਰਮੀਆਂ 2 ਬਾਪ 31 'ਚ ਲਿਖਿਆ, ਐਸ ਪੁੱਛਦੇ ਲੋਗੋ ਖੁਦਾ ਦੇ ਕਲਾਮ ਦਾ ਲਿਹਾਜ਼ ਕਰੋ। ਅਸੀਂ ਕਲਾਮ ਦਾ ਲਿਹਾਜ਼ ਕਰਾਂਗੇ, ਖੁਦਾ ਸਾਡਾ ਲਿਹਾਜ਼ ਕਰੇਗਾ। ਸੋ ਬਈ ਖੁਦਾ ਤੈਨੂੰ ਬਰਕਤ ਦੇ। ਸੁਣਨ ਵਾਲਿਆਂ ਨੂੰ ਕਲਾਮ ਨੂੰ ਸ਼ੇਅਰ ਕਰਿਓ, ਕਲਾਮ ਨੂੰ ਲਾਈਕ ਕਰਿਓ, ਬੈਲ ਦਾ ਬਟਨ ਦਬਾਇਓ ਤਾਂ ਕਿ ਦੂਸਰਿਆਂ ਤੱਕ ਵੀ ਖੁਦਾ ਦਾ ਕਲਾਮ ਜਾਏ। ਖੁਦਾ ਤੈਨੂੰ ਬਰਕਤ ਦੇਵੇ।